किश्त 111ਵੀਂ। ਅਗਲੀ ਤਾਰੀਖ ਆ ਗਈ। ਮਿੱਥੇ ਸਮੇਂ 'ਤੇ ਦੂਜੀ ਧਿਰ ਦਾ ਵਕੀਲ ਵੀ ਪਹੁੰਚ ਗਿਆ। ਉਸ ਦੇ ਆਉਣ ਨਾਲ ਮੇਰਾ ਇੱਕ ਭਰਮ ਤਾਂ ਉਦੋਂ ਹੀ ਟੁੱਟ ਗਿਆ ਕਿ ਮੇਰੀ ਵਿਰੋਧੀ ਧਿਰ ਕੇਸ ਨੂੰ ਗੱਲੀਂ ਬਾਤੀਂ ਛੱਡਣ ਵਾਲੀ ਨਹੀਂ ਹੈ ਅਤੇ ਉਹ ਵੀ ਆਪਣਾ ਅੱਡੀ ਚੋਟੀ ਦਾ ਜ਼ੋਰ ਜ਼ਰੂਰ ਲਾਉਣਗੇ। ਭਾਵੇਂ ਕਿ ਮੁਕੱਦਮੇ ਦੀ ਬਹਿਸ ਪੰਜਾਬੀ ਵਿੱਚ ਕੀਤੀ ਜਾ ਰਹੀ ਸੀ ਅਤੇ ਕਿਤੇ ਕਿਤੇ ਕਾਨੂੰਨੀ ਕਿਸਮ ਦੀ ਅੰਗਰੇਜ਼ੀ ਭਾਸ਼ਾ ਵੀ ਵਰਤੀ ਜਾ ਰਹੀ ਸੀ, ਪਰ ਮੈਨੂੰ ਸਭ ਕੁਝ ਸਮਝ ਲੱਗੀ ਜਾ ਰਿਹਾ ਸੀ। ਵਿਰੋਧੀ ਵਕੀਲ ਨੇ ਇੱਕ ਘੁੰਡੀ ਫੜ ਲਈ। ਆਹ ਵੇਖੋ ਜੀ, ਇਹਨਾਂ ਨੇ ਆਪਣੇ ਜਵਾਬ ਵਿੱਚ ਵੀ ਲਿਖਿਆ ਕਿ ਇਸ ਥਾਂ ਉੱਤੇ ਪਹਿਲਾਂ ਵੀ ਗਲੀ ਚੱਲ ਰਹੀ ਸੀ ਅਤੇ ਖੁਦ ਵੀ ਉਸ ਨੂੰ ਵਰਤਦੇ ਸੀ। ਜਦ ਇਹ ਆਪ ਹੀ ਮੰਨੀ ਜਾਂਦੇ ਨੇ, ਫਿਰ ਇਸ ਵਿੱਚ ਸ਼ੱਕ ਦੀ ਕੋਈ ਵੀ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਇਹ ਜਗ੍ਹਾ ਗਲੀ ਦੀ ਨਹੀਂ ਹੈ। ਆਖਦੇ ਹੋਏ ਵਕੀਲ ਨੇ ਜੱਜ ਦੇ ਅੱਗੇ ਪਈ ਫਾਈਲ ਵਿਚਲਾ ਸੰਬੰਧਿਤ ਪੰਨਾ ਖੋਲ੍ਹ ਕੇ ਰੱਖ ਦਿੱਤਾ। ਜੱਜ ਨੇ ਹਾਂ ਵਿੱਚ ਸਿਰ ਮਾਰਿਆ ਅਤੇ ਆਪਣੇ ਕਾਗਜ਼ ਉੱਤੇ ਕੁਝ ਨੋਟ ਕਰ ਲਿਆ। ਸਰ, ਜਦ ਇਹ ਗਲੀ 20-25 ਸਾਲ ਦੀ ਚੱਲ ਰਹੀ ਹੈ ਤਾਂ ਇਹਨਾਂ ਨੂੰ ਉਸ ਥਾਂ ਉੱਤੇ ਕਬਜ਼ਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਉਹਨਾਂ ਦਾ ਵਕੀਲ ਬੋਲੀ ਜਾ ਰਿਹਾ ਸੀ। ਸਾਡੇ ਵਕੀਲ ਨੇ ਕਾਗਜ਼ ਵਿਖਾਉਂਦੇ ਹੋਏ ਦਲੀਲ ਦਿੱਤੀ। ਸਰ, ਇਹ 20 ਸਾਲ ਪੁਰਾਣੀ ਗੱਲ ਕਰ ਰਹੇ ਨੇ। ਅਜੇ ਕੁਝ ਮਹੀਨੇ ਪਹਿਲਾਂ ਸਰਕਾਰ ਦੁਆਰਾ ਕੀਤੀ ਗਈ ਰਜਿਸਟਰੀ ਤਾਂ ਵੇਖੋ, ਆਹ ਇੰਤਕਾਲ ਵੀ ਵੇਖੋ। ਉਹਨਾਂ ਦਾ ਵਕੀਲ ਬੋਲਿਆ, ਸਰ, ਮੈਂ ਇਹ ਸਾਬਤ ਕਰਾਂਗਾ ਕਿ ਇਸ ਜਗ੍ਹਾ ਵਿੱਚ ਨਗਰ ਨਿਗਮ ਨੇ ਸੀਵਰੇਜ ਪਾਇਆ ਹੋਇਆ ਅਤੇ ਇਸ ਜਗ੍ਹਾ ਵਿੱਚ ਸਰਕਾਰੀ ਨਾਲੀ ਵੀ ਬਣੀ ਹੋਈ ਹੈ। ਇਸ ਲਈ ਇਸ ਮਸਲੇ ਨੂੰ ਸਟੇਅ ਕਰ ਦਿੱਤਾ ਜਾਵੇ ਜੀ। ਸਾਡਾ ਵਕੀਲ ਸਟੇਅ ਦਾ ਵਿਰੋਧ ਕਰ ਰਿਹਾ ਸੀ। ਬਹਿਸ ਸੁਣਦੀ ਹੋਈ ਜੱਜ ਵਿੱਚ ਕੁਝ ਨੋਟ ਕਰ ਲੈਂਦੀ ਸੀ ਅਤੇ ਕਈ ਵਾਰ ਦੋਵਾਂ ਵਕੀਲਾਂ ਨੂੰ ਚੁੱਪ ਕਰਵਾ ਕੇ ਆਖੀ ਗਈ ਗੱਲ ਨਾਲ ਸੰਬੰਧਿਤ ਕਾਗਜ਼ਾਂ ਦੀ ਮੰਗ ਕਰ ਲੈਂਦੀ। ਅੰਤ ਆਖਣ ਲੱਗੀ, ਸ਼ਰਮਾ ਜੀ, ਮੈਨੂੰ ਇਸ ਕੇਸ ਨੂੰ ਸਟੇਅ ਕਰ ਲੈਣ ਦਿਓ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਇਸ ਕੇਸ ਨੂੰ ਪਹਿਲ ਦੇ ਆਧਾਰ 'ਤੇ ਨਿਪਟਾ ਦੇਵਾਂਗੀ। ਪਰ ਮੇਰੇ ਵਕੀਲ ਨੇ ਇਹ ਆਖ ਕੇ ਨਾਂਹ ਕਰ ਦਿੱਤੀ ਕਿ ਜੇ ਇਹ ਇੱਕ ਵੀ ਸਬੂਤ ਪੇਸ਼ ਕਰਦੇ ਹਨ ਤਾਂ ਸਟੇਅ ਦੇ ਦੇਵੋ। ਦੂਜਾ ਵਕੀਲ ਉਸੇ ਵਕਤ ਤਾਂ ਕੋਈ ਵੀ ਸਬੂਤ ਦੇਣ ਤੋਂ ਇਨਕਾਰੀ ਸੀ, ਪਰ ਦਾਅਵਾ ਇਹ ਕਰਦਾ ਰਿਹਾ ਕਿ ਮੈਂ ਭਵਿੱਖ ਵਿੱਚ ਜ਼ਰੂਰ ਅਜਿਹੇ ਸਬੂਤ ਪੇਸ਼ ਕਰ ਦੇਵਾਂਗਾ ਜਿਨ੍ਹਾਂ ਤੋਂ ਸਾਬਤ ਹੋ ਜਾਵੇਗਾ ਕਿ ਇਹ ਜਗ੍ਹਾ ਗਲੀ ਦੀ ਹੀ ਹੈ। ਕਿਸ਼ਤ 112ਵੀਂ। ਅੰਤ ਜੱਜ ਨੇ ਦੋਵਾਂ ਵਕੀਲਾਂ ਨੂੰ ਬਹਿਸ ਤੋਂ ਰੋਕ ਦਿੱਤਾ ਅਤੇ ਆਖਿਆ, ਮੈਨੂੰ ਲੱਗ ਰਿਹਾ ਕਿ ਇਹ ਮਸਲਾ ਦੋ ਗੁਆਂਢੀਆਂ ਦੀ ਆਪਸੀ ਲੜਾਈ ਕਾਰਨ ਪੈਦਾ ਹੋਇਆ, ਇਸ ਲਈ ਇਸ ਨੂੰ ਮੀਡੀਏਸ਼ਨ ਵਿੱਚ ਭੇਜਣਾ ਜ਼ਰੂਰੀ ਹੈ। ਕੱਲ੍ਹ ਨੂੰ ਦੋਵੇਂ ਧਿਰਾਂ ਮੀਡੀਏਸ਼ਨ ਸੈੱਲ ਵਿੱਚ ਹਾਜ਼ਰ ਹੋਣ। ਜੇਕਰ ਇਹਨਾਂ ਵਿਚਕਾਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਮੈਂ ਅਗਲੀ ਤਰੀਕ ਦੇ ਸਟੇਅ ਉੱਪਰ ਆਪਣਾ ਫੈਸਲਾ ਸੁਣਾ ਦੇਵਾਂਗੀ। ਜੱਜ ਦੇ ਨਾਲ ਬੈਠੇ ਰੀਡਰ ਨੇ ਮੇਰੇ ਕੋਲੋਂ ਇੱਕ ਫਾਰਮ ਉੱਤੇ ਦਸਤਖਤ ਕਰਵਾ ਲਏ ਅਤੇ ਦੂਜੇ ਵਕੀਲ ਨੂੰ ਤਾਕੀਦ ਕਰ ਦਿੱਤੀ ਕਿ ਕੱਲ੍ਹ ਨੂੰ ਹਰ ਹਾਲਤ ਵਿੱਚ ਗੁਰਨੇਕ ਸਿੰਘ ਦਾ ਮੀਡੀਏਸ਼ਨ ਵਿਭਾਗ ਵਿੱਚ ਪਹੁੰਚਣਾ ਯਕੀਨੀ ਬਣਾਇਆ ਜਾਵੇ। ਅਸੀਂ ਅਦਾਲਤ ਵਿੱਚੋਂ ਬਾਹਰ ਆਏ ਤਾਂ ਮੇਰੇ ਦਿਮਾਗ ਵਿੱਚ ਉਹ ਗੱਲ ਘੁੰਮਣ ਲੱਗ ਪਈ ਸੀ ਕਿ ਸਾਡੇ ਵਕੀਲ ਵੱਲੋਂ ਪੇਸ਼ ਕੀਤੇ ਗਏ ਜਵਾਬ ਵਿੱਚ ਇਸ ਜਗ੍ਹਾ ਨੂੰ ਗਲੀ ਕਿਉਂ ਲਿਖਿਆ ਗਿਆ ਸੀ। ਮੈਂ ਵਕੀਲ ਨੂੰ ਵੀ ਪੁੱਛਿਆ। ਉਹ ਖਹਿੜਾ ਜਿਹਾ ਛੁਡਵਾਉਂਦਾ ਆਖਣ ਲੱਗਾ, ਆਪਣਾ ਅਸਲ ਜਵਾਬ ਤਾਂ ਉੱਪਰਲੇ ਪੈਰਿਆਂ ਵਿੱਚ ਹੀ ਦਿੱਤਾ ਹੋਇਆ, ਬਾਕੀ ਤਾਂ ਐਵੇਂ ਭਕਾਈ ਦੇ ਹੀ ਪੈਰੇ ਹੁੰਦੇ ਨੇ ਜਿਨ੍ਹਾਂ ਦਾ ਆਮ ਤੌਰ 'ਤੇ ਉਸੇ ਭਾਸ਼ਾ ਵਿੱਚ ਹੀ ਜਵਾਬ ਲਿਖ ਦਿੱਤਾ ਜਾਂਦਾ। ਉਹ ਆਪਣੀ ਗੱਲ ਨੂੰ ਗੋਲ ਕਰ ਗਿਆ। ਘਰ ਨੂੰ ਵਾਪਸ ਆਉਂਦਾ ਹੋਇਆ ਮੈਂ ਇਸ ਵਿਸ਼ੇ 'ਤੇ ਕਾਫੀ ਕੁਝ ਸੋਚਦਾ ਰਿਹਾ। ਘਰਦਿਆਂ ਨੂੰ ਸਭ ਕੁਝ ਦੱਸ ਕੇ ਮੈਂ ਆਪਣੇ ਮੁਕੱਦਮੇ ਵਾਲੀ ਫਾਈਲ ਖੋਲ੍ਹ ਲਈ ਅਤੇ ਸਾਰੇ ਵਰਕਿਆਂ ਨੂੰ ਦੁਬਾਰਾ ਪੜ੍ਹਨਾ ਸ਼ੁਰੂ ਕਰ ਦਿੱਤਾ। ਦੂਜੀ ਧਿਰ ਦੁਆਰਾ ਅਦਾਲਤੀ ਭਾਸ਼ਾ ਮੁਤਾਬਕ ਪਹਿਰੇ ਬਣਾ ਕੇ ਮੇਰੇ ਸਾਰੇ ਕੇਸ ਦਾ ਵਰਣਨ ਕੀਤਾ ਗਿਆ ਸੀ ਅਤੇ
ਉਹਨਾਂ ਪਹਿਰਿਆਂ ਦੇ ਜਵਾਬ ਵਿੱਚ ਸਾਡੇ ਵੱਲੋਂ ਵੀ ਓਨੇ ਹੀ ਪਹਿਰੇ ਲਿਖੇ ਗਏ ਸਨ। ਪਹਿਲੇ 3-4 ਪਹਿਰੇ ਹੀ ਮਹੱਤਵਪੂਰਨ ਸਨ, ਬਾਕੀ ਤਾਂ ਉਂਝ ਖਾਨਾ ਪੂਰਤੀ ਹੀ ਕੀਤੀ ਗਈ ਸੀ। ਮੈਨੂੰ ਲੱਗਣ ਲੱਗਾ ਕਿ ਵਿਰੋਧੀ ਧਿਰ ਦੇ ਵਕੀਲ ਨੇ ਇੱਕ ਗੈਰ ਜ਼ਰੂਰੀ ਲੰਡੂ ਜਿਹੇ ਪਹਿਰੇ ਨੂੰ ਸਹੀ ਢੰਗ ਨਾਲ ਜੱਜ ਅੱਗੇ ਪੇਸ਼ ਕਰਕੇ ਮੇਰੇ ਠੋਸ ਸਬੂਤਾਂ ਵਾਲੇ ਕੇਸ ਨੂੰ ਸ਼ੱਕੀ ਬਣਾ ਕੇ ਰੱਖ ਦਿੱਤਾ ਸੀ। ਮੈਨੂੰ ਇਹ ਡਰ ਵੀ ਵੱਢ ਕੇ ਖਾਣ ਲੱਗ ਪਿਆ ਕਿ ਸਾਡੇ ਵਕੀਲ ਦੀ ਇਹ ਛੋਟੀ ਜਿਹੀ ਗਲਤੀ ਭਵਿੱਖ ਵਿੱਚ ਸਾਡੇ 'ਤੇ ਭਾਰੂ ਵੀ ਪੈ ਸਕਦੀ ਹੈ। ਵਿਚੋਲਗੀ ਲਈ ਮਿੱਥੇ ਗਏ ਅਗਲੇ ਦਿਨ ਮੈਂ ਦਿੱਤੇ ਹੋਏ ਸਮੇਂ 'ਤੇ ਆਪਣੇ ਚਚੇਰੇ ਭਰਾ ਰਮਿੰਦਰ ਨਾਲ ਅਦਾਲਤ ਵਿੱਚ ਪੁੱਜ ਗਿਆ। ਮੈਡੀਏਸ਼ਨ ਵਿਭਾਗ ਸੁੰਨਾ ਪਿਆ ਸੀ। ਅਸੀਂ ਉਸ ਦੇ ਬਾਹਰ ਲੱਗੇ ਰੰਗਦਾਰ ਖੂਬਸੂਰਤ ਪੋਸਟਰ ਅਤੇ ਇਸ਼ਤਿਹਾਰ ਪੜ੍ਹਨੇ ਸ਼ੁਰੂ ਕਰ ਦਿੱਤੇ। ਇਹਨਾਂ ਵਿੱਚ ਵਿਚੋਲਗੀ ਅਤੇ ਸਹਿਮਤੀ ਨਾਲ ਕੇਸ ਦੇ ਹੱਲ ਹੋ ਜਾਣ ਦੇ ਬੜੇ ਹੀ ਲਾਭ ਲਿਖੇ ਹੋਏ ਸਨ। ਇਹਨਾਂ ਮੁਤਾਬਕ ਆਪਸੀ ਸਹਿਮਤੀ ਨਾਲ ਹੱਲ ਹੋਏ ਮਾਮਲਿਆਂ ਕਰਕੇ ਵਕਤ ਅਤੇ ਪੈਸੇ ਬਚਣ ਦੇ ਨਾਲ ਮਾਨਸਿਕ ਸ਼ਾਂਤੀ ਵੀ ਬਰਕਰਾਰ ਰਹਿੰਦੀ ਹੈ। ਇਸ ਤੋਂ ਇਲਾਵਾ ਅਦਾਲਤਾਂ ਦਾ ਬੋਝ ਵੀ ਘਟਦਾ ਹੈ ਤੇ ਦੇਸ਼ ਦੀ ਤਰੱਕੀ ਵੀ ਹੁੰਦੀ ਹੈ। ਇਹ ਇਸ਼ਤਿਹਾਰ ਬੜੇ ਹੀ ਵਧੀਆ ਢੰਗ ਨਾਲ ਅਤੇ ਬੜੇ ਦਿਲ ਟੁੰਬੇ ਸ਼ਬਦਾਂ ਵਿੱਚ ਪੇਸ਼ ਕਰਕੇ ਕੰਧਾਂ ਉੱਤੇ ਚਿਪਕਾਏ ਗਏ ਸਨ। ਕਿਸ਼ਤ 113ਵੀਂ। ਦੂਜੀ ਧਿਰ ਵੱਲੋਂ ਗੁਰਨੇਕ ਤੇ ਜਪਨਾਮ ਆਏ ਸਨ। 12 ਕੁ ਵਜੇ ਤੱਕ ਅਸੀਂ ਕਿਸੇ ਸੰਬੰਧਿਤ ਅਧਿਕਾਰੀ ਦੇ ਆਉਣ ਦੀ ਉਡੀਕ ਕੀਤੀ। ਅੱਕ ਕੇ ਮੈਂ ਕਮਰੇ ਵਿੱਚ ਜਾ ਕੇ ਕਲਰਕ ਨੂੰ ਆਪਣੇ ਮੁਕੱਦਮੇ ਬਾਰੇ ਪੁੱਛ ਲਿਆ। ਉਸਨੇ ਬੜੇ ਵਧੀਆ ਸਲੀਕੇ ਨਾਲ ਗੱਲ ਕੀਤੀ ਅਤੇ ਨਾਲ ਹੀ ਫੋਨ ਮਿਲਾ ਲਿਆ। ਫੋਨ 'ਤੇ ਗੱਲ ਕਰਨ ਤੋਂ ਬਾਅਦ ਆਖਣ ਲੱਗਾ, ਬਸ 5-7 ਮਿੰਟਾਂ ਵਿੱਚ ਹੀ ਵਕੀਲ ਸਾਹਿਬ ਪੁੱਜ ਜਾਣਗੇ। ਉਹ ਆਪਣੇ ਦਫ਼ਤਰੋਂ ਇੱਧਰ ਨੂੰ ਤੁਰੇ ਹੋਏ ਨੇ। 5 ਕੁ ਮਿੰਟਾਂ ਬਾਅਦ 3 ਜਣੇ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸੀ, ਉਸ ਕਮਰੇ ਵਿੱਚ ਵੜ ਗਏ ਤੇ ਸਾਨੂੰ ਆਵਾਜ਼ ਪੈ ਗਈ। ਅਸੀਂ ਚਾਰੇ ਜਣੇ ਕਮਰੇ ਵਿੱਚ ਚਲੇ ਗਏ। ਉਹ ਤਿੰਨੇ ਜਣੇ ਸਾਹਮਣੀਆਂ ਸੀਟਾਂ ਉੱਤੇ ਬੈਠੇ ਹੋਏ ਸਨ। ਉਹਨਾਂ ਨੇ ਸਾਨੂੰ ਦੋਵਾਂ ਧਿਰਾਂ ਨੂੰ ਮੇਜ਼ ਦੇ ਸੱਜੇ ਖੱਬੇ ਵਾਲੇ ਪਾਸੇ ਬੈਠਣ ਲਈ ਆਖਿਆ ਅਤੇ ਦੋਵਾਂ ਧਿਰਾਂ ਨੂੰ ਇਸ ਮਾਮਲੇ ਬਾਬਤ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਮੈਂ ਆਪਣੇ ਸਾਰੇ ਸਰਕਾਰੀ ਦਸਤਾਵੇਜ਼ ਅਤੇ ਹੋਰ ਕੀਤੀਆਂ ਗਈਆਂ ਸ਼ਿਕਾਇਤਾਂ ਦੀਆਂ ਕਾਪੀਆਂ ਲੜੀਵਾਰ ਪੇਸ਼ ਕਰ ਦਿੱਤੀਆਂ। ਉਹ ਦੋਵੇਂ ਖਾਲੀ ਹੱਥ ਆਏ ਸਨ। ਵਿਚਕਾਰ ਬੈਠੇ ਅਧਿਕਾਰੀ ਨੇ ਤਾਂ ਕੇਸ ਨੂੰ ਸਮਝਦੇ ਹੋਏ ਉਹਨਾਂ ਦੋਵਾਂ 'ਤੇ ਵਿਅੰਗ ਵੀ ਕੱਸ ਦਿੱਤਾ ਸੀ। ਜਨਾਬ, ਤੁਸੀਂ ਵੀ ਕੁਝ ਪੇਸ਼ ਕਰੋ, ਨਹੀਂ ਕੱਲ੍ਹ ਨੂੰ ਆਖੋਗੇ ਕਿ ਅਸੀਂ ਤਾਂ ਖਾਲੀ ਹੱਥੀਂ ਰਗੜੇ ਗਏ। ਅੱਜ ਪਹਿਲੀ ਵਾਰ ਸੀ ਕਿ ਮੈਂ ਕਿਸੇ ਕਾਨੂੰਨੀ ਅਥਾਰਟੀ ਨੂੰ ਆਪਣੀ ਸਾਰੀ ਕਹਾਣੀ ਮੁਸਤੈਦੀ ਨਾਲ ਦੱਸੀ ਸੀ ਤੇ ਦੂਜੀ ਧਿਰ ਵੀ ਜਵਾਬ ਦੇਣ ਲਈ ਸਾਹਮਣੇ ਬੈਠੀ ਹੋਈ ਸੀ, ਪਰ ਉਹ ਲਾਜਵਾਬ ਸੀ। ਸਾਡੇ ਦੋਵਾਂ ਭਰਾਵਾਂ ਦੇ ਚਿਹਰੇ 'ਤੇ ਜਿੱਤ ਦੇ ਭਾਵ ਸਨ ਤੇ ਸਾਹਮਣੀ ਧਿਰ ਦੀ ਸ਼ਰਮਿੰਦਗੀ ਉਹਨਾਂ ਦੇ ਚਿਹਰਿਆਂ ਤੋਂ ਸਾਫ਼ ਝਲਕ ਰਹੀ ਸੀ। ਸਾਡੀ ਸਾਰੀ ਬਹਿਸ ਸੁਣਨ ਤੋਂ ਬਾਅਦ ਤਿੰਨਾਂ ਜਣਿਆਂ ਨੇ ਨਾਲ ਦੇ ਕਮਰੇ ਵਿੱਚ ਜਾ ਕੇ ਸਲਾਹ ਮਸ਼ਵਰਾ ਕੀਤਾ ਤੇ ਫਿਰ ਵਿਚਕਾਰ ਬੈਠੇ ਸ਼ਖਸ ਨੇ ਫੈਸਲਾ ਸੁਣਾ ਦਿੱਤਾ। ਵੇਖੋ ਜੀ, ਇਹ ਹੈ ਮੈਡੀਏਸ਼ਨ ਵਿਭਾਗ। ਅਸੀਂ ਇੱਥੇ ਸਿਰਫ ਸਮਝੌਤਾ ਹੀ ਕਰਵਾ ਸਕਦੇ ਹਾਂ। ਅਸੀਂ ਆਪਣਾ ਫੈਸਲਾ ਤੁਹਾਡੇ 'ਤੇ ਥੋਪ ਨਹੀਂ ਸਕਦੇ। ਸਾਡੀ ਸਾਰੀ ਜਾਂਚ ਤੇ ਫੈਸਲੇ ਮੁਤਾਬਕ ਇਹ ਜਗ੍ਹਾ ਕ੍ਰਿਸ਼ਨ ਪ੍ਰਤਾਪ ਦੀ ਬਣਦੀ ਹੈ ਤੇ ਉਸ ਨੂੰ ਹੀ ਮਿਲਣੀ ਚਾਹੀਦੀ ਹੈ। ਮਦਈ ਵੱਲੋਂ ਕੀਤੀ ਮੰਗ ਅਨੁਸਾਰ ਅਸੀਂ ਮਦਾਇਲਾ ਨੂੰ ਉਸ ਦੀ ਰਜਿਸਟਰੀ ਅਨੁਸਾਰ ਖਰੀਦੀ ਹੋਈ ਜਗ੍ਹਾ ਕਾਨੂੰਨੀ ਤੌਰ 'ਤੇ ਗਲੀ ਵਾਸਤੇ ਛੱਡਣ ਲਈ ਮਜਬੂਰ ਨਹੀਂ ਕਰ ਸਕਦੇ। ਤੱਥਾਂ ਅਨੁਸਾਰ ਇਹ ਕੇਸ ਜਾਣ-ਬੁੱਝ ਕੇ ਤੇ ਰੰਜਿਸ਼ਨ ਕੀਤਾ ਗਿਆ ਹੈ। ਇਹ ਮੁਕੱਦਮਾ ਖਾਰਜ ਕੀਤਾ ਜਾਣਾ ਬਣਦਾ ਹੈ ਤੇ ਮਦਾਇਲਾ ਨੂੰ ਪੂਰੀ ਜਗ੍ਹਾ ਮਿਲਣੀ ਚਾਹੀਦੀ ਹੈ। ਇਹ ਸਾਡਾ ਫੈਸਲਾ ਹੈ, ਬਾਕੀ ਤੁਸੀਂ ਸੋਚਣਾ ਹੈ। ਆਖਰੀ ਗੱਲ ਉਸ ਨੇ ਗੁਰਨੇਕ ਤੇ ਜਪਨਾਮ ਨੂੰ ਸੰਬੋਧਿਤ ਹੁੰਦੇ ਹੋਏ ਆਖੀ ਸੀ। ਗੁਰਨੇਕ ਕੁਝ ਕਹਿਣ ਹੀ ਲੱਗਾ ਸੀ ਤਾਂ ਉਸ ਨੇ
ਟੋਕਦਿਆਂ ਹੋਇਆਂ ਆਖਿਆ, ਤੁਹਾਨੂੰ ਦੁਪਹਿਰ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਤਾਂ ਜੋ ਤੁਸੀਂ ਆਪਣੇ ਵਕੀਲ ਅਤੇ ਘਰਦਿਆਂ ਨਾਲ ਸਲਾਹ ਮਸ਼ਵਰਾ ਕਰ ਲਵੋ। ਇੰਨਾ ਆਖ ਕੇ ਉਹ ਤਿੰਨੇ ਜਣੇ ਕਮਰੇ ਤੋਂ ਬਾਹਰ ਚਲੇ ਗਏ ਅਤੇ ਅਸੀਂ ਚਾਰੇ ਜਣੇ ਕਮਰੇ ਵਿੱਚ ਰਹਿ ਗਏ ਸਾਂ। ਕਿਸ਼ਤ 114ਵੀਂ। ਮੈਂ ਸਭ ਗਿਲੇ ਸ਼ਿਕਵੇ ਭੁਲਾਉਂਦਿਆਂ ਗੁਰਨੇਕ ਨੂੰ ਆਖਿਆ, ਅੰਕਲ ਜੀ, ਫੈਸਲਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ। ਹੁਣ ਤੁਸੀਂ ਵੇਖ ਲਵੋ, ਗੱਲ ਅੱਗੇ ਵਧਾਉਣੀ ਆ ਜਾਂ ਕਿਸੇ ਸਿਰੇ ਲਾਉਣੀ ਆ। ਬਿਨਾਂ ਵਜ੍ਹਾ ਖਰਾਬ ਕਰਨ 'ਤੇ ਹੋਈ ਜਾਣ ਦਾ ਕੀ ਫਾਇਦਾ। ਰਮਿੰਦਰ ਨੇ ਮੇਰੀ ਗੱਲ ਦੀ ਲੜੀ ਨਾਲ ਲੜੀ ਜੋੜਦਿਆਂ ਆਖਿਆ, ਮੇਰੀ ਰਾਏ ਆ ਕਿ ਤੁਸੀਂ ਚੰਗੇ ਗੁਆਂਢੀਆਂ ਵਾਂਗ ਰਹੋ। ਲੜਾਈ ਝਗੜੇ ਦਾ ਕੀ ਲਾਭ। ਕੋਈ ਨਹੀਂ, ਵੇਖਦੇ ਹਾਂ, ਆਖ ਕੇ ਗੁਰਨੇਕ ਨੇ ਜਪਨਾਮ ਨੂੰ ਉੱਠਣ ਦਾ ਇਸ਼ਾਰਾ ਕਰ ਦਿੱਤਾ ਸੀ। ਵਕੀਲ ਦੇ ਚੈਂਬਰ ਵਿੱਚ ਪਹੁੰਚਦਿਆਂ ਸਾਰ ਮੈਂ ਵਕੀਲ ਨੂੰ ਵਧਾਈ ਦਿੱਤੀ ਅਤੇ ਆਖਿਆ, ਸਰ, ਤੁਸੀਂ ਮੈਨੂੰ ਚੈਲੰਜ ਦਿੱਤਾ ਸੀ ਨਾ ਕਿ ਤੂੰ ਆਪਣਾ ਕੇਸ ਖੁਦ ਪੇਸ਼ ਕਰਨਾ ਹੈ। ਵੇਖ ਲਵੋ, ਮੈਂ ਜਿੱਤ ਕੇ ਆ ਗਿਆ। ਅਸੀਂ ਦੋਵਾਂ ਨੇ ਸਾਰੀ ਹੋਈ ਬੀਤੀ ਵਕੀਲ ਨੂੰ ਸੁਣਾ ਦਿੱਤੀ। ਹੁਣ ਮੇਰਾ ਕੁਝ ਖਾਣ ਨੂੰ ਦਿਲ ਕਰ ਰਿਹਾ ਸੀ, ਕਿਉਂਕਿ ਇੱਥੇ ਆਉਣ ਦੇ ਫਿਕਰ ਕਰਕੇ ਨਾਸ਼ਤਾ ਤਾਂ ਕੀ ਕਰਨਾ ਸੀ, ਮੈਂ ਲੰਘੀ ਰਾਤ ਵਾਲੀ ਰੋਟੀ ਵੀ ਚੱਜ ਨਾਲ ਨਹੀਂ ਸੀ ਖਾ ਸਕਿਆ। ਚਲੋ ਹੁਣ ਅਸੀਂ ਕੁਝ ਖਾ ਪੀ ਕੇ ਆਉਂਦੇ ਹਾਂ ਜੀ। ਆਖਦਿਆਂ ਮੈਂ ਆਪਣੀ ਸੀਟ ਤੋਂ ਇਸ ਤਰ੍ਹਾਂ ਉੱਠਿਆ ਸਾਂ ਕਿ ਜਿਵੇਂ ਵਕੀਲ ਨੂੰ ਦੁਬਾਰਾ ਕਦੇ ਮਿਲਣਾ ਹੀ ਨਾ ਹੋਵੇ। ਪਹਿਲੀ ਵਾਰ ਮੈਨੂੰ ਜਿੱਤ ਦਾ ਅਹਿਸਾਸ ਹੋਇਆ ਸੀ। ਤੂੰ ਆਪਣੀ ਪਹਿਲੀ ਮੰਜ਼ਿਲ ਦਾ ਸਰ ਕਰ ਆਇਆ, ਪਰ ਮੈਂ ਤੈਨੂੰ ਇੱਕ ਸੱਚੀ ਗੱਲ ਦੱਸਾਂ, ਸਾਡਾ ਵਕੀਲ ਭਾਈਚਾਰਾ ਹੈ ਨਾ, ਇਹ ਕਦੇ ਵੀ ਸਮਝੌਤਾ ਨਹੀਂ ਹੋਣ ਦਿੰਦਾ ਹੁੰਦਾ। ਵਕੀਲ ਨੇ ਸਾਨੂੰ ਚੈਂਬਰ ਤੋਂ ਬਾਹਰ ਨਿਕਲਦਿਆਂ ਨੂੰ ਆਪਣੀ ਯਥਾਰਥਮਈ ਭਵਿੱਖਬਾਣੀ ਸੁਣਾ ਦਿੱਤੀ ਸੀ। ਅਸੀਂ ਦੋਵੇਂ ਜਣੇ ਇਸ ਗੱਲ ਤੋਂ ਬੇਪਰਵਾਹ ਹੋ ਕੇ ਬਾਹਰ ਨਿਕਲ ਕੇ ਇੱਕ ਹੋਟਲ 'ਤੇ ਆ ਗਏ। ਖੁਸ਼ੀ ਵਿੱਚ ਅਸੀਂ ਆਪਣੀ ਮਨਪਸੰਦ ਦੀਆਂ ਉਹ ਸਾਰੀਆਂ ਚੀਜ਼ਾਂ ਖਾਧੀਆਂ ਜਿਨ੍ਹਾਂ ਨੂੰ ਪਹਿਲਾਂ ਅਸੀਂ ਮਹਿੰਗੀਆਂ ਸਮਝ ਕੇ ਛੱਡ ਦਿੰਦੇ ਹੁੰਦੇ ਸਾਂ। ਉਡੀਕ ਦਾ ਸਮਾਂ ਲੰਘਾਉਣਾ ਬੜਾ ਔਖਾ ਹੁੰਦਾ ਹੈ। ਅਸੀਂ ਆਪਣੀ ਪਸੰਦ ਦਾ ਸਭ ਕੁਝ ਖਾ ਪੀ ਤਾਂ ਰਹੇ ਸਾਂ, ਨਾਲ ਦੀ ਨਾਲ ਮੈਂ ਵਾਰ-ਵਾਰ ਮੋਬਾਈਲ ਉੱਤੇ ਸਮਾਂ ਵੇਖ ਰਿਹਾ ਸਾਂ ਤਾਂ ਕਿ ਜਲਦੀ ਤੋਂ ਜਲਦੀ ਮੈਡੀਏਸ਼ਨ ਵਾਲੇ ਕਮਰੇ ਵਿੱਚ ਪੁੱਜ ਸਕਾਂ। ਸਮੇਂ ਨੇ ਤਾਂ ਆਪਣੀ ਤੋਰ ਹੀ ਤੁਰਨਾ ਸੀ, ਉਹ ਆਪਣੀ ਚਾਲੇ ਤੁਰਦਾ ਰਿਹਾ, ਪਰ ਮੇਰੇ ਦਿਲ ਦੀ ਧੜਕਣ ਕਦੇ ਤੇਜ਼ ਅਤੇ ਕਦੇ ਬਿਲਕੁਲ ਹੌਲੀ ਹੁੰਦੀ ਰਹੀ। ਉਂਝ ਉਸ ਦਿਨ ਮੈਂ ਲੋੜੋਂ ਵੱਧ ਹੀ ਖਾ ਗਿਆ ਸਾਂ। ਤੁਰਦਾ ਤੁਰਦਾ ਚੰਗੇ ਵਕਤ ਦੀ ਉਡੀਕ ਦਾ ਉਹ ਸਮਾਂ ਵੀ ਲੰਘ ਗਿਆ। ਅਸੀਂ ਕਮਰੇ ਵਿੱਚ ਜਾ ਕੇ ਬੈਠ ਗਏ। ਗੁਰਨੇਕ ਸਾਡੇ ਸਾਹਮਣੇ ਵਾਲੀ ਕੁਰਸੀ ਉੱਤੇ ਆ ਕੇ ਬੈਠ ਗਿਆ। ਜਪਨਾਮ ਸ਼ਾਇਦ ਆਪਣੇ ਦਫ਼ਤਰ ਦੀ ਡਿਊਟੀ ਕਾਰਨ ਨਹੀਂ ਸੀ ਆਇਆ। ਅਸੀਂ ਤਿੰਨਾਂ ਨੇ ਆਪੋ ਵਿੱਚ ਕੋਈ ਵੀ ਗੱਲਬਾਤ ਨਹੀਂ ਕੀਤੀ ਅਤੇ ਚੁੱਪਚਾਪ ਉਹਨਾਂ ਅਧਿਕਾਰੀਆਂ ਦੀ ਉਡੀਕ ਕਰਨ ਲੱਗ ਪਏ। ਕਿਸ਼ਤ 115ਵੀਂ। ਅੱਧੇ ਕੁ ਘੰਟੇ ਬਾਅਦ ਉਹ ਵਿਅਕਤੀ ਆਇਆ ਜਿਹੜਾ ਤਿੰਨਾਂ ਸੀਟਾਂ ਦੇ ਵਿਚਕਾਰ ਬੈਠਾ ਸੀ। ਉਸਨੇ ਆ ਕੇ ਬਹਿੰਦਿਆਂ ਸਾਰ ਮੈਨੂੰ ਪੁੱਛਿਆ, ਤੁਹਾਨੂੰ ਮੇਰਾ ਫੈਸਲਾ ਮਨਜ਼ੂਰ ਹੈ ਕਿ ਅਦਾਲਤ ਤੋਂ ਕਰਵਾਉਣਾ ਚਾਹੁੰਦੇ ਹੋ? ਮੈਂ ਹਾਂ ਵਿੱਚ ਸਿਰ ਮਾਰਿਆ ਅਤੇ ਆਖਿਆ, ਮੈਨੂੰ ਤੁਹਾਡਾ ਫੈਸਲਾ ਮਨਜ਼ੂਰ ਹੈ ਜੀ। ਫਿਰ ਉਸ ਨੇ ਇਹੀ ਸਵਾਲ ਗੁਰਨੇਕ ਵੱਲ ਮੂੰਹ ਕਰਦੇ ਹੋਏ ਉਸ ਨੂੰ ਪੁੱਛਿਆ। ਉਸ ਦੇ ਜਵਾਬ ਦੀ ਮੈਨੂੰ ਬੜੀ ਬੇਸਬਰੀ ਨਾਲ ਉਡੀਕ ਸੀ। ਮੈਨੂੰ ਕਾਫੀ ਉਤੇਜਨਾ ਵੀ ਹੋਈ ਪਈ ਸੀ ਕਿ ਇਹ ਆਖ ਦੇਵੇਗਾ, ਹਾਂਜੀ, ਮੈਨੂੰ ਵੀ ਇਹ ਫੈਸਲਾ ਮਨਜ਼ੂਰ ਹੈ। ਜਦ ਗੁਰਨੇਕ ਨੇ ਨਾਂਹ ਵਿੱਚ ਜਵਾਬ ਦੇ ਦਿੱਤਾ ਤਾਂ ਇੱਕਦਮ ਮੇਰੇ ਪੈਰਾਂ ਹੇਠਲੀ ਜ਼ਮੀਨ ਖਿਸਕ ਗਈ। ਉਸ ਦਾ ਜਵਾਬ ਸੀ, ਇਹ ਕੇਸ ਮੈਂ ਇਕੱਲਾ ਨਹੀਂ ਲੜ ਰਿਹਾ ਜੀ, ਸਾਡੇ ਪੂਰੇ ਗੁੱਟ ਦਾ ਫੈਸਲਾ ਕਿ ਅਸੀਂ ਇਸ ਕੇਸ ਨੂੰ ਲੜਾਂਗੇ ਅਤੇ ਅਦਾਲਤ ਜੋ ਵੀ ਕਰੇਗੀ ਉਹ ਫੈਸਲਾ ਸਾਨੂੰ ਮਨਜ਼ੂਰ ਹੋਵੇਗਾ।
ਉਹ ਹੋਰ ਵੀ ਬੜਾ ਕੁਝ ਆਖ ਗਿਆ ਸੀ, ਪਰ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਚੁੱਕਾ ਸੀ। ਉਸ ਦੁਆਰਾ ਬੋਲੇ ਜਾ ਰਹੇ ਸ਼ਬਦ ਤਾਂ ਮੈਨੂੰ ਸੁਣਨੋਂ ਹੀ ਹਟ ਗਏ ਸਨ। ਇੱਕ ਪਲ ਵਿੱਚ ਸੁੰਨ ਹੋਏ ਅੰਦਰਲੇ ਮਨ ਨੂੰ ਸਭ ਕੁਝ ਪਤਾ ਲੱਗ ਗਿਆ ਸੀ ਕਿ ਸਾਡਾ ਸਮਝੌਤਾ ਨਹੀਂ ਹੋ ਸਕਿਆ ਹੈ। ਦਿਮਾਗ ਕੁਝ ਸਕਿੰਟਾਂ ਲਈ ਤਾਂ ਜਾਮ ਹੋ ਗਿਆ ਸੀ। ਕੁਝ ਪਲਾਂ ਵਿੱਚ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਮੇਰੇ ਮੂੰਹੋਂ ਇਹ ਸ਼ਬਦ ਆਪਣੇ ਆਪ ਹੀ ਨਿਕਲ ਗਏ। ਅੰਕਲ, ਫੇਰ ਨਾ ਆਖਿਓ ਕਿ ਮੇਰਾ ਘਰ ਢਵਾਉਣ ਲੱਗ ਪਿਆ। ਮੈਂ ਆਪਦੀ ਕਾਗਜ਼ੀ ਕਾਰਵਾਈ ਹੋਰ ਤੇਜ਼ ਕਰ ਦੇਣੀ ਆ। ਜੇ ਤੁਸੀਂ ਮੈਨੂੰ ਬਿਨਾਂ ਵਜ੍ਹਾ ਤੋਂ ਉਲਝਾਈ ਫਿਰਦੇ ਹੋ ਨਾ, ਤਾਂ ਮੈਂ ਤੁਹਾਡੇ ਵਿਰੁੱਧ ਸਹੀ ਕਦਮ ਤਾਂ ਉਠਾ ਹੀ ਸਕਦਾ। ਇਸ ਤੋਂ ਪਹਿਲਾਂ ਕਿ ਗੁਰਨੇਕ ਕੁਝ ਬੋਲਦਾ, ਫੈਸਲਾ ਕਰਨ ਵਾਲਾ ਉਹ ਅਧਿਕਾਰੀ ਮੈਨੂੰ ਚੁੱਪ ਕਰਵਾਉਂਦੇ ਹੋਏ ਬੋਲ ਪਿਆ। ਵੇਖੋ ਜੀ, ਤੁਸੀਂ ਜਿਹੜੀ ਵੀ ਕਾਰਵਾਈ ਕਰਨੀ ਆ ਕਰ ਸਕਦੇ ਹੋ, ਪਰ ਇੱਥੇ ਕੁਝ ਵੀ ਨਹੀਂ ਬੋਲਣਾ। ਮੇਰੇ ਵੱਲੋਂ ਇਹ ਮਸਲਾ ਅਣਸੁਲਝਿਆ ਮਸਲਾ ਹੈ। ਮੈਂ ਅਦਾਲਤ ਨੂੰ ਇਹ ਰਿਪੋਰਟ ਕਰ ਦੇਣੀ ਹੈ। ਹੁਣ ਤੁਸੀਂ ਆਪਣੀ ਕੋਈ ਵੀ ਲੜਾਈ ਲੜ ਸਕਣ ਲਈ ਆਜ਼ਾਦ ਹੋ, ਪਰ ਇਸ ਥਾਂ ਤੋਂ ਬਾਹਰ ਜਾ ਕੇ। ਗੁਰਨੇਕ ਬੜੀ ਆਕੜ ਨਾਲ ਤੇ ਅਸੀਂ ਬੜੇ ਹੀ ਢਿਲਕੇ ਜਿਹੇ ਚਿਹਰੇ ਲੈ ਕੇ ਉਸ ਕਮਰੇ ਵਿੱਚੋਂ ਬਾਹਰ ਨਿਕਲ ਆਏ। ਮੇਰਾ ਉਦਾਸਿਆ ਹੋਇਆ ਚਿਹਰਾ ਵੇਖਦੇ ਸਾਰ ਵਕੀਲ ਬੋਲ ਪਿਆ, ਕਿਉਂ? ਤੈਨੂੰ ਆਖਿਆ ਸੀ ਨਾ, ਸਾਡਾ ਭਾਈਚਾਰਾ ਸਮਝੌਤਾ ਨਹੀਂ ਹੋਣ ਦਿੰਦਾ ਹੁੰਦਾ। ਮੈਂ ਕੁਝ ਵੀ ਬੋਲ ਨਹੀਂ ਸਕਿਆ ਤੇ ਚੁੱਪਚਾਪ ਕੁਰਸੀ ਉੱਤੇ ਬੈਠ ਗਿਆ ਸਾਂ। ਹੁਣ ਮੇਰੇ ਅੰਦਰੋਂ ਬੋਲਣ ਦੀ ਹਿੰਮਤ ਵੀ ਮਰ ਚੁੱਕੀ ਸੀ, ਕਿਉਂਕਿ ਮੈਨੂੰ ਕੇਸ ਦੇ 4-5 ਸਾਲ ਤੱਕ ਲਮਕ ਜਾਣ ਜਾਂ ਫਿਰ ਇਸ ਤੋਂ ਵੀ ਵੱਧ ਚੱਲਣ ਦੇ ਆਸਾਰ ਵਿਖਾਈ ਦੇਣ ਲੱਗ ਪਏ ਸਨ। ਕਿਸ਼ਤ 116ਵੀਂ। ਮੈਨੂੰ ਉਦਾਸ ਚਿੱਤ ਬੈਠੇ ਨੂੰ ਵੇਖ ਕੇ ਰਮਿੰਦਰ ਨੇ ਮੈਨੂੰ ਹੌਸਲਾ ਦਿੰਦੇ ਹੋਏ ਆਖਿਆ, ਕੋਈ ਨਹੀਂ, ਅਜੇ ਕਿਹੜਾ ਅਦਾਲਤ ਨੇ ਸਟੇ ਦਿੱਤਾ। ਅਦਾਲਤ ਨੇ ਵੀ ਉਹੀ ਫੈਸਲਾ ਕਰਨਾ ਜਿਹੜਾ ਮੀਡੀਏਸ਼ਨ ਵਾਲਿਆਂ ਨੂੰ ਸਹੀ ਲੱਗਿਆ ਸੀ। ਉਸ ਦੀ ਇਸ ਗੱਲ ਨਾਲ ਮੇਰੇ ਮਨ ਵਿੱਚ ਇੱਕ ਆਸ ਦੀ ਕਿਰਨ ਜਾਗ ਪਈ ਸੀ ਤੇ ਮੈਂ ਫਿਰ ਥੋੜ੍ਹਾ ਜਿਹਾ ਟੈਕਰੇ ਵਿੱਚ ਆ ਗਿਆ ਸਾਂ। ਪਰ ਮੇਰਾ ਅੰਦਰਲਾ ਮਨ ਅਜੇ ਵੀ ਆਖ ਰਿਹਾ ਸੀ ਕਿ ਜੇ ਇਹ ਮਸਲਾ ਉੱਥੇ ਹੀ ਨਿਬੜ ਜਾਂਦਾ ਤਾਂ ਬੜਾ ਵਧੀਆ ਹੋਣਾ ਸੀ। ਬੇਲੋੜਾ ਤਣਾਅ ਤੇ ਵਕਤ ਦੀ ਬਰਬਾਦੀ ਵੀ ਨਹੀਂ ਸੀ ਹੋਣੀ। ਅਸੀਂ ਘਰ ਮੁੜਨ ਦੀ ਬਜਾਏ ਉੱਥੇ ਹੀ ਬੈਠੇ ਰਹੇ। ਮੈਨੂੰ ਆਪਾ ਆਪ ਸੰਭਾਲਣ ਵਿੱਚ ਕਾਫੀ ਦੇਰ ਲੱਗ ਗਈ ਸੀ। ਯਾਦਵਿੰਦਰ ਵੀ ਸਕੂਲੋਂ ਸਿੱਧਾ ਸਾਡੇ ਕੋਲ ਪੁੱਜ ਚੁੱਕਾ ਸੀ। ਵਕੀਲ ਇੱਕ ਹੋਰ ਤਰੀਕ ਨਿਪਟਾ ਕੇ ਵਾਪਸ ਆ ਗਿਆ ਤੇ ਉਸ ਦੇ ਨਾਲ ਇੱਕ ਹੋਰ ਵਕੀਲ ਵੀ ਸੀ। ਮੇਰੇ ਵਕੀਲ ਨੇ ਮੈਨੂੰ ਸਿੱਧਾ ਸਵਾਲ ਕੀਤਾ, ਮੈਨੂੰ ਦੱਸ, ਉਹ ਝਗੜੇ ਵਾਲੀ ਜਗ੍ਹਾ ਆਪਣੇ ਕਬਜ਼ੇ ਵਿੱਚ ਹੈ ਵੀ ਕਿ ਨਹੀਂ? ਮੈਂ ਸੰਖੇਪ ਜਿਹੇ ਸ਼ਬਦਾਂ ਵਿੱਚ ਦੱਸਿਆ, ਪਹਿਲਾਂ ਤਾਂ ਉੱਥੇ ਸਾਡੀਆਂ ਡੇਕਾਂ ਲਾਈਆਂ ਹੁੰਦੀਆਂ ਸੀ ਤੇ ਖਾਲੀ ਥਾਂ ਵਿੱਚ ਸਬਜ਼ੀ ਬੀਜ ਲੈਂਦੇ ਸੀ, ਪਰ ਜਦ ਅਸੀਂ ਉਸ ਥਾਂ ਨੂੰ ਪੱਕਾ ਕਰਕੇ ਕੰਧ ਕਰਨ ਦੀ ਸੋਚੀ ਤਾਂ ਅਸੀਂ ਸਾਰਾ ਕੁਝ ਪੁੱਟ ਦਿੱਤਾ ਸੀ ਤੇ ਨੀਂਹ ਸਾਡੀ ਇਹਨਾਂ ਨੇ ਧੱਕੇ ਨਾਲ ਬੰਦ ਕਰਵਾਤੀ ਸੀ ਤੇ ਰੈਂਪ ਸਾਨੂੰ ਪੁਲਿਸ ਵਾਲਿਆਂ ਨੇ ਨਹੀਂ ਬਣਾਉਣ ਦਿੱਤਾ। ਗੱਲ ਸੁਣ, ਆਪਣੀ ਬਣਦੀ ਜਗ੍ਹਾ ਉੱਤੇ ਭਾਵੇਂ ਬੱਜਰੀ ਪਾ ਦੇ ਜਾਂ ਫਿਰ 2-2 ਇੱਟਾਂ ਹੀ ਲਾ ਦੇ। ਇਹ ਬੜਾ ਜ਼ਰੂਰੀ ਕੰਮ ਆ। ਮੈਨੂੰ ਜੱਜ ਦਾ ਰਵੱਈਆ ਸਹੀ ਨਹੀਂ ਜਾਪਿਆ। ਫਿਰ ਨਾ ਆਖੀ ਕਿ ਵਕੀਲ ਨੇ ਸਹੀ ਸਲਾਹ ਨਹੀਂ ਸੀ ਦਿੱਤੀ। ਵਕੀਲ ਨੇ ਮੈਨੂੰ ਗੰਭੀਰ ਹੁੰਦੇ ਹੋਏ ਆਖਿਆ ਸੀ। ਮੈਂ ਆਪਣੇ ਵੱਲੋਂ ਆਪਣੀ ਮਜਬੂਰੀ ਦੱਸੀ। ਉਹ ਤਾਂ ਪੁਲਿਸ ਵਾਲਿਆਂ ਨੇ ਰੋਕਿਆ ਹੋਇਆ ਸਾਡਾ ਕੰਮ। ਜਦ ਅਸੀਂ ਇੱਕ ਵੀ ਇੱਟ ਧਰੀ ਤਾਂ ਉਹਨਾਂ ਨੇ ਦਾੜ ਕਰਦੇ ਆ ਵੱਜਣਾ। ਯਾਦਵਿੰਦਰ ਕੁਝ ਹੌਸਲੇ ਵਿੱਚ ਸੀ ਤੇ ਆਖਣ ਲੱਗਾ, ਸਰ, ਤੁਸੀਂ ਮੈਨੂੰ ਦੱਸੋ ਕੀ ਕੰਮ ਕਰਨਾ ਹੈ, ਮੈਂ ਆਪੇ ਹੈਂਡਲ ਕਰ ਲਵਾਂਗਾ। ਕੋਈ ਨਹੀਂ, ਆਉਣ ਦਿਓ ਇਹਨਾਂ ਪੁਲਿਸ ਵਾਲਿਆਂ ਨੂੰ, ਮੈਂ ਵੇਖਦਾ ਕਿਵੇਂ ਰੋਕਦੇ ਆ। ਅਜੇ ਇਹਨਾਂ ਨੇ ਸਾਡੀ ਨਰਮਾਈ ਵੇਖੀ ਆ, ਸਾਡਾ ਧਾਅ ਨਹੀਂ ਵੇਖਿਆ। ਮੈਂ ਮਾਨਸਿਕ ਤੌਰ 'ਤੇ ਕੋਈ ਵੀ ਹੋਰ ਪੰਗਾ ਸਹੇੜਨ ਲਈ ਰਾਜ਼ੀ ਨਹੀਂ ਸਾਂ। ਪਹਿਲਾਂ ਹੋਈਆਂ ਘਟਨਾਵਾਂ ਕਾਰਨ ਮੇਰੇ ਮਨ ਵਿੱਚ ਇੱਕ ਅਜੀਬ ਕਿਸਮ ਦਾ ਡਰ ਬੈਠਾ ਹੋਇਆ ਸੀ। ਵਕੀਲ ਗੰਭੀਰਤਾ ਨਾਲ ਬੋਲਿਆ,
ਤੁਹਾਡੀ ਉਸ ਜਗ੍ਹਾ ਨੂੰ ਦਰਸਾਉਂਦੀ ਨਿਸ਼ਾਨਦੇਹੀ ਜ਼ਰੂਰੀ ਆ, ਭਾਵੇਂ ਕੁਝ ਵੀ ਹੋ ਜਾਵੇ। ਇਹ ਅੱਕ ਤਾਂ ਚੱਬਣਾ ਹੀ ਪੈਣਾ, ਨਹੀਂ ਤਾਂ ਕੇਸ ਖਤਰੇ ਵਿੱਚ ਪੈ ਸਕਦਾ। ਯਾਦਵਿੰਦਰ ਨੇ ਜੋਸ਼ ਵਿੱਚ ਆਖਿਆ, ਬਸ ਜੀ, ਹੋ ਜਾਵੇਗਾ ਇਹ ਕੰਮ। ਹੁਣ ਤੁਸੀਂ ਇਹ ਕੰਮ ਮੇਰੇ 'ਤੇ ਛੱਡ ਦਿਓ। ਕਿਸ਼ਤ 117ਵੀਂ। ਵਕੀਲ ਨਾਲ 2-4 ਹੋਰ ਗੱਲਾਂ ਕਰਕੇ ਅਸੀਂ ਘਰ ਨੂੰ ਤੁਰ ਪਏ। ਰਸਤੇ ਵਿੱਚ ਯਾਦਵਿੰਦਰ ਮੈਨੂੰ ਸਮਝਾਉਣ ਲੱਗ ਪਿਆ, ਯਾਰ, ਇੱਕ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਆਪਾਂ ਨੂੰ ਕੋਈ ਚੰਗੀ ਗੱਲ ਸਮਝਾ ਦੇਵੇ ਤਾਂ ਆਪਾਂ ਉਹਦੇ ਤਜਰਬੇ ਨੂੰ ਮੰਨ ਲੈਂਦੇ ਹਾਂ। ਵਕੀਲ ਤਾਂ ਗੁਰਨੇਕ ਨੂੰ ਪੈਸੇ ਲੈ ਕੇ ਉਹੀ ਸਭ ਗੱਲਾਂ ਅੰਗਰੇਜ਼ੀ ਵਿੱਚ ਸਮਝਾ ਰਿਹਾ, ਪਰ ਇਹਦੀ ਧੌਣ ਵਿਚਲਾ ਕਿੱਲਾ ਅਜੇ ਵੀ ਨਹੀਂ ਨਿਕਲ ਰਿਹਾ। ਇਹ ਤਾਂ ਉਸ ਜਵਾਕ ਵਾਲਾ ਵਿਵਹਾਰ ਕਰੀ ਜਾ ਰਿਹਾ ਜਿਹੜਾ ਆਪਣੇ ਘਰਦਿਆਂ ਨਾਲ ਸਿਰਫ ਇਸ ਲਈ ਲੜ ਰਿਹਾ ਸੀ ਕਿ ਤੁਸੀਂ ਤਾਂ ਕਹਿੰਦੇ ਹੋ ਮੈਨੂੰ ਬੁਖਾਰ ਚੜ੍ਹਿਆ ਅਤੇ ਡਾਕਟਰ ਕਹਿੰਦਾ ਤਾਪ ਹੋਇਆ ਹੈ। ਹੁਣ ਇਸ ਨੂੰ ਤਾਪ ਅਤੇ ਬੁਖਾਰ ਦਾ ਮਤਲਬ ਆਪਾਂ ਆਪਣੇ ਹਿਸਾਬ ਨਾਲ ਸਮਝਾਉਣਾ। ਵੈਸੇ ਗੁਰਨੇਕ ਆਪਣੇ ਤੋਂ ਉਮਰ ਵਿੱਚ ਕਾਫੀ ਵੱਡਾ, ਪਰ ਯਾਦ ਰੱਖੀ, ਕੁੱਤੇ ਨੂੰ ਖੀਰ ਹਜ਼ਮ ਨਹੀਂ ਹੁੰਦੀ। ਅਗਲੇ ਦਿਨ ਯਾਦਵਿੰਦਰ ਨੇ ਆਪ ਹੀ ਮਿਸਤਰੀ ਅਤੇ ਮਜ਼ਦੂਰਾਂ ਨਾਲ ਗੱਲ ਕਰ ਲਈ। ਉਸ ਨੇ ਹੁਣ ਕਿਸੇ ਗੁੰਡੇ ਜਾਂ ਪੁਲਿਸ ਵਾਲੇ ਦੇ ਆ ਕੇ ਡਰਾਉਣ ਧਮਕਾਉਣ ਦਾ, ਹਰ ਤਰ੍ਹਾਂ ਨਾਲ ਟਾਕਰਾ ਕਰਨ ਦਾ ਬੰਦੋਬਸਤ ਵੀ ਕਰ ਲਿਆ ਸੀ। ਉਸ ਨੇ ਮੇਰੀ ਕੇਵਲ ਇੰਨੀ ਜ਼ਿੰਮੇਵਾਰੀ ਲਾਈ ਸੀ ਕਿ ਜਿਹੜਾ ਵੀ ਸਮਾਨ ਇੱਥੇ ਚਾਹੀਦਾ ਹੋਵੇ ਉਹ ਤੂੰ ਲੈ ਕੇ ਆਉਣਾ, ਬਾਕੀ ਦਾ ਕੰਮ ਮੇਰਾ। ਮੈਨੂੰ ਤਾਂ ਉਦੋਂ ਹੀ ਪਤਾ ਲੱਗਾ ਜਦ ਮੇਰੇ ਚਚੇਰੇ ਭਰਾ ਅਮਰਿੰਦਰ ਅਤੇ ਰਮਿੰਦਰ ਵੀ ਪੁੱਜ ਗਏ। ਉਹਨਾਂ ਵੱਲੋਂ ਘੜੀ ਗਈ ਨੀਤੀ ਮੁਤਾਬਕ ਅਸੀਂ ਸਾਰੇ ਭਰਾਵਾਂ ਨੇ ਨਵੇਂ ਮਕਾਨ ਵਿੱਚ ਮਿਸਤਰੀਆਂ ਕੋਲ ਮੌਜੂਦ ਰਹਿਣਾ ਸੀ। ਕਿਸੇ ਵੀ ਗੁੰਡਾਗਰਦੀ ਦੀ ਸੂਰਤ ਵਿੱਚ ਰਿਜ਼ਰਵ ਬੈਠੀ ਫੌਜ ਨੇ ਉਹਨਾਂ ਦਾ ਟਾਕਰਾ ਕਰਨ ਲਈ ਆ ਜਾਣਾ ਸੀ। ਮੈਨੂੰ ਇਹ ਅੱਜ ਤੱਕ ਪਤਾ ਨਹੀਂ ਲੱਗਾ ਕਿ ਇਹ ਰਿਜ਼ਰਵ ਫੌਜ ਕਿਹੜੀ ਸੀ ਅਤੇ ਕਿੱਥੇ ਬੈਠੀ ਸੀ। ਸਾਰੇ ਭਰਾ ਮੈਨੂੰ ਹੌਸਲਾ ਦੇਈ ਜਾ ਰਹੇ ਸਨ, ਕੋਈ ਨਹੀਂ, ਤੂੰ ਘਬਰਾ ਨਾ, ਉਸ ਦਿਨ ਤਾਂ ਤੂੰ ਇਕੱਲਾ ਸੀ ਅਤੇ ਆਪਣੀ ਕੋਈ ਤਿਆਰੀ ਵੀ ਨਹੀਂ ਸੀ। ਅੱਜ ਆਉਣ ਦੇ, ਸੁੱਕੇ ਨਹੀਂ ਜਾਣ ਦਿੰਦੇ। ਕਰੀਬ 8:30 ਵਜੇ ਮਜ਼ਦੂਰਾਂ ਨੇ ਆ ਕੇ ਬਾਹਰ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਆਂਢ ਗੁਆਂਢ ਵਿੱਚ ਥੋੜ੍ਹੀ ਜਿਹੀ ਹਲਚਲ ਅਸੀਂ ਮਹਿਸੂਸ ਕੀਤੀ ਸੀ। ਉਹ ਚੋਰੀ ਅਤੇ ਖਿੜਕੀਆਂ ਦੀਆਂ ਜਾਲੀਆਂ ਵਿੱਚ ਦੀ ਵੇਖ ਰਹੇ ਸਨ ਕਿ ਇਹ ਕੀ ਕਰਨ ਲੱਗੇ ਹਨ। ਮਿਸਤਰੀ ਨੇ ਦੱਸੀ ਗਈ ਮਿਣਤੀ ਮੁਤਾਬਕ ਥੜਾ ਬਣਾਉਣਾ ਸ਼ੁਰੂ ਕਰ ਦਿੱਤਾ। 10-10:30 ਵਜੇ ਤੱਕ ਸਭ ਕੁਝ ਸ਼ਾਂਤ ਰਿਹਾ। ਗਲੀ ਦੀ ਸਾਰੀ ਹਰਕਤ 'ਤੇ ਸਾਡੀ ਪੂਰੀ ਨਿਗਾਹ ਸੀ। 11 ਵਜੇ ਸਾਨੂੰ ਮਹਿਸੂਸ ਹੋਇਆ ਕਿ ਕੁਝ ਓਪਰੇ ਬੰਦੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਵਾਰ-ਵਾਰ ਗੇੜੇ ਮਾਰ ਰਹੇ ਸਨ। ਸਾਰੇ ਜਣੇ ਚੌਕਸ ਹੋ ਗਏ। ਕਿਸ਼ਤ 118ਵੀਂ। ਉਹਨਾਂ ਦੇ ਫਾਰਮੂਲਿਆਂ ਮੁਤਾਬਕ ਸਾਡੀ ਰਿਜ਼ਰਵ ਫੋਰਸ ਦੇ 6-7 ਬੰਦਿਆਂ ਨੇ ਵੀ ਹੌਲੀ-ਹੌਲੀ ਮੋਟਰਸਾਈਕਲ ਉੱਤੇ ਭਲਵਾਨੀ ਗੇੜੇ ਕੱਢ ਦਿੱਤੇ, ਜਿਸ ਨੂੰ ਦੂਜੀ ਧਿਰ ਬੜੇ ਹੀ ਧਿਆਨਪੂਰਵਕ ਵੇਖ ਰਹੀ ਸੀ। ਦੋਵੇਂ ਧਿਰਾਂ ਖਾਮੋਸ਼ ਰਹੀਆਂ। ਉਸ ਦਿਨ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਾ ਸੀ ਕਿ ਮਨ ਵਿੱਚ ਆਪਣੇ ਬਚਪਨ ਦੇ ਦਿਨਾਂ ਵਿੱਚ ਅੱਤਵਾਦੀਆਂ ਦਾ ਟਾਕਰਾ ਕਰਨ ਵਾਸਤੇ ਰਾਤਾਂ ਨੂੰ ਜਾਗਣ ਵਾਲੇ ਦ੍ਰਿਸ਼ ਤਾਜ਼ਾ ਹੋ ਗਏ ਸਨ। ਉਹ ਤਾਂ ਫਿਰਕੂ ਹਨੇਰੀ ਸੀ, ਪਰ ਇਹ ਸਰਕਾਰੀ ਗੁੰਡਾਗਰਦੀ ਦਾ ਕਹਿਰ ਵਾਪਰ ਰਿਹਾ ਸੀ, ਜਿਸ ਨੂੰ ਪਹਿਲਾਂ ਵਾਂਗ ਅਣਚਾਹਿਆ ਹਟਾਉਣਾ ਪੈ ਰਿਹਾ ਸੀ। ਇਹਨਾਂ ਸੰਤਾਪਾਂ ਦਾ ਸਭ ਤੋਂ ਵੱਧ ਖਮਿਆਜ਼ਾ ਤਾਂ ਉਹ ਲੋਕ ਹੀ ਭੁਗਤਦੇ ਹਨ ਜੋ ਸੱਚੇ ਹੁੰਦੇ ਹੋਏ ਜ਼ੁਲਮ ਸਹਿੰਦੇ ਅੱਕ ਜਾਂਦੇ ਨੇ ਅਤੇ ਆਪਣੇ ਬਚਾਅ ਲਈ ਖੁਦ ਹੀ ਹਥਿਆਰ ਚੁੱਕਣ ਲਈ ਮਜਬੂਰ ਹੋ ਜਾਂਦੇ ਹਨ। ਉਹਨਾਂ ਲਈ ਇਹਨਾਂ ਸਰਕਾਰੀ ਜਾਂ ਗੈਰ ਸਰਕਾਰੀ ਤਾਕਤਾਂ ਦੇ ਗਲਤ ਰਵੱਈਏ ਅੱਗੇ ਝੁਕਣਾ ਆਪਣੀ ਮੌਤ ਆਪ ਮਰਨ ਦੇ ਸਮਾਨ ਹੋ ਜਾਂਦਾ ਹੈ ਅਤੇ ਉਹ ਆਪਣੀ ਰਾਖੀ ਦਾ ਪ੍ਰਬੰਧ ਆਪ ਕਰਨ ਵਿੱਚ ਜੁਟ ਜਾਂਦੇ ਹਨ। ਮੈਨੂੰ ਕਾਲੇ ਵੇਲਿਆਂ ਦਾ ਉਹ ਨਾਅਰਾ ਬੜਾ ਹੀ ਚੇਤੇ ਆਉਣ ਲੱਗਾ, ਜਿਹੜਾ ਕਿ ਮੈਂ ਬਚਪਨ ਵਿੱਚ ਅਚੇਤ ਹੀ ਦਿਨ ਵਿੱਚ ਕਈ ਵਾਰ ਦੁਹਰਾਉਂਦਾ ਹੁੰਦਾ ਸਾਂ। ਸਰਕਾਰਾਂ ਦੀ ਨਾ ਝਾਕ ਕਰੋ,
ਆਪਣੀ ਰਾਖੀ ਆਪ ਕਰੋ। ਕੁਝ ਦੇਰ ਬਾਅਦ ਸਾਨੂੰ ਲੱਗਣ ਲੱਗ ਪਿਆ ਕਿ ਗਲੀ ਵਿੱਚ ਹੋਈ ਇਹ ਹਿਲਜੁਲ ਸਿਰਫ ਤੇ ਸਿਰਫ ਇੱਕ ਡਰਾਵਾ ਹੀ ਸੀ। ਸ਼ਾਇਦ ਉਹਨਾਂ ਦੇ ਖੁਫੀਆ ਸੂਤਰਾਂ ਨੇ ਸਾਡੀ ਤਿਆਰੀ ਵੇਖ ਲਈ ਸੀ। ਕਿਸੇ ਨੇ ਵੀ ਆ ਕੇ ਸਾਡੇ ਚੱਲ ਰਹੇ ਕੰਮ ਨੂੰ ਰੋਕਣ ਦਾ ਹੀਆ ਨਹੀਂ ਸੀ ਕੀਤਾ। ਮੈਂ ਇਸ ਗੱਲੋਂ ਵੀ ਹੈਰਾਨ ਸਾਂ ਕਿ ਜਿਹੜਾ ਐਸਪੀ ਮੈਨੂੰ ਗਲੀ ਵਿੱਚ ਵਿੰਗ ਨਾ ਪੈਣ ਦੇਣ ਦੀਆਂ ਚੁਣੌਤੀਆਂ ਦੇ ਰਿਹਾ ਸੀ, ਸ਼ਾਇਦ ਇਹਨਾਂ ਤਿਆਰੀਆਂ ਕਰਕੇ ਹੀ ਪਾਸਾ ਵੱਟ ਗਿਆ ਸੀ। ਤੇ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਸੱਚ ਵੀ ਸੀ। ਆਪਣੇ ਇੱਕ ਡੀਐਸਪੀ ਦੀ ਫਰੀਦਕੋਟ ਵਿਖੇ ਹੋਈ ਦੁਰਗਤੀ ਵਾਲੀ ਹਾਲਤ ਸੁਣੀ ਹੋਣ ਕਾਰਨ ਇਸ ਖਤਰੇ ਨੂੰ ਭਾਂਪਦਿਆਂ ਉਸ ਨੇ ਮੌਕੇ 'ਤੇ ਆਉਣਾ ਮੁਨਾਸਬ ਨਹੀਂ ਸੀ ਸਮਝਿਆ। ਸ਼ਾਮ ਹੋਣ ਤੱਕ ਅਸੀਂ ਆਪਣੀ ਬਣਦੀ ਜਗ੍ਹਾ ਉੱਪਰ ਇੱਕ ਵੱਡਾ ਸਾਰਾ ਰੈਂਪ ਉਸਾਰ ਦਿੱਤਾ ਸੀ। ਇਸ ਗੱਲ ਨੂੰ ਅਸੀਂ ਇੱਕ ਵੱਡੀ ਜਿੱਤ ਵਜੋਂ ਲੈ ਰਹੇ ਸਾਂ। ਮੈਂ ਇਸ ਗੱਲ ਦੀ ਜਾਣਕਾਰੀ ਆਪਣੇ ਵਕੀਲ ਨੂੰ ਫੋਨ ਕਰਕੇ ਦੇ ਛੱਡੀ ਸੀ। ਮੇਰੇ ਭਰਾਵਾਂ ਦੁਆਰਾ ਇਸ ਕੇਸ ਵਿੱਚ ਮੇਰੀ ਮਦਦ ਕਰਨ ਦਾ ਇਹ ਸਭ ਤੋਂ ਵੱਡਾ ਤੇ ਦਲੇਰਾਨਾ ਕਦਮ ਸੀ। ਪਰ ਮੇਰੇ ਮਨ ਵਿੱਚ ਅਜੇ ਵੀ ਡਰ ਬਣਿਆ ਹੋਇਆ ਸੀ ਕਿ ਇਹ ਬਾਜੀ ਕਿਧਰੇ ਸਾਡੇ 'ਤੇ ਪੁੱਠੀ ਨਾ ਪੈ ਜਾਵੇ। ਕਿਸ਼ਤ 119ਵੀਂ। ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਜਿਹੜੇ ਬੰਦੇ ਇੱਕ ਇੱਟ ਧਰਨ 'ਤੇ ਵੀ ਇੰਨੀਆਂ ਜ਼ਿਆਦਾ ਧਮਕੀਆਂ ਦੇਣ ਅਤੇ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਨ ਤੀਕਰ ਅੱਪੜ ਗਏ ਸਨ, ਉਹ ਅੱਜ ਕੁਸਕੇ ਵੀ ਨਹੀਂ ਸਨ। ਪਰ ਮੈਂ ਅਜੇ ਵੀ ਅੰਦਰੋਂ ਡਰਿਆ ਹੋਇਆ ਸਾਂ ਕਿ ਸ਼ਾਇਦ ਇਸ ਵਿੱਚ ਵੀ ਅਗਲਿਆਂ ਦੀ ਕੋਈ ਚਾਲ ਹੋਵੇਗੀ। ਓਨਾ ਚਿਰ ਤਾਂ ਸਾਡੇ ਸਾਰੇ ਪਰਿਵਾਰ ਨੂੰ ਲੱਗਦਾ ਰਿਹਾ ਕਿ ਰੈਂਪ ਬਣਾ ਕੇ ਅਸੀਂ ਬੜੀ ਹੀ ਵੱਡੀ ਪ੍ਰਾਪਤੀ ਕਰ ਲਈ ਹੈ, ਜਿੰਨਾ ਚਿਰ ਸਾਡੇ ਇੱਕ ਸੂਈਏ ਨੇ ਸਾਨੂੰ ਇਹ ਖਬਰ ਨਹੀਂ ਸੁਣਾਈ ਸੀ ਕਿ ਦੂਜੀ ਧਿਰ ਦੇ ਬੰਦੇ ਤਾਂ ਇਹ ਆਖ ਰਹੇ ਹਨ ਕਿ ਇਹੋ ਜਿਹੇ ਰੈਂਪਾਂ ਰੂੰਪਾਂ ਦਾ ਕੀ ਆ, ਮੈਂ ਆਪਦੇ ਘਰ ਤੋਂ ਲੈ ਕੇ ਉਹ ਗਲੀ ਦੇ ਅੱਧ ਤੱਕ ਬਣਵਾ ਦਿੰਦਾ। ਇਸ ਦਾ ਮਤਲਬ ਇਹ ਤਾਂ ਨਹੀਂ ਕਿ ਰੈਂਪ ਬਣਾਉਣ ਨਾਲ ਸਰਕਾਰੀ ਗਲੀ ਸਾਡੀ ਹੋ ਗਈ। ਇਸ ਦੇ ਨਾਲ ਹੀ ਆਖ ਰਹੇ ਸਨ, ਇਹ ਤਾਂ ਹੁਣ ਮਰਦਾ ਕੀ ਨਾ ਕਰਦਾ ਵਾਲੀ ਗੱਲ 'ਤੇ ਉਤਰ ਆਏ ਨੇ। ਇਹਨਾਂ ਕਰਕੇ ਅਸੀਂ ਕਾਨੂੰਨ ਥੋੜ੍ਹਾ ਹੱਥ ਵਿੱਚ ਲੈ ਸਕਦੇ ਹਾਂ। ਇਹ ਤਾਂ ਫਸੇ ਹੀ ਹੋਏ ਨੇ। ਆਪਾਂ ਕਾਹਲੀ ਕਰਕੇ ਕਾਹਤੋਂ ਆਪਣੇ ਆਪ ਨੂੰ ਇਸ ਉਲਝਣ ਵਿੱਚ ਫਸਾਉਣਾ। ਤੁਸੀਂ ਤੇਲ ਨੂੰ ਵੇਖੀ ਜਾਓ ਅਤੇ ਫਿਰ ਉਸ ਦੀ ਧਾਰ ਵੇਖਿਓ। ਇਹ ਸਭ ਕੁਝ 3-4 ਪਰਿਵਾਰਾਂ ਦੇ ਜੀਅ ਆਂਢ ਗੁਆਂਢ ਵਿੱਚ ਆਖ ਰਹੇ ਸਨ। ਇਹਨਾਂ ਸੂਈਆ ਰਿਪੋਰਟਾਂ ਦੇ ਆਉਣ ਕਾਰਨ ਸਾਡੀ ਥੜਾ ਉਸਾਰਨ ਦੀ ਸਾਰੀ ਖੁਸ਼ੀ ਕਫੂਰ ਹੋ ਚੁੱਕੀ ਸੀ। ਸਾਡੇ ਲਈ ਸਭ ਤੋਂ ਵੱਧ ਤਸੱਲੀ ਦੀ ਗੱਲ ਇਹ ਸੀ ਕਿ ਅਸੀਂ ਵਕੀਲ ਦੇ ਆਖੇ ਅਨੁਸਾਰ ਆਪਣੀ ਜਗ੍ਹਾ ਦੀ ਨਿਸ਼ਾਨਦੇਹੀ ਕਰ ਦਿੱਤੀ ਸੀ। ਹੁਣ ਕੇਸ ਹਾਰਨ ਦੀ ਸੂਰਤ ਵਿੱਚ ਉਹ ਸਾਨੂੰ ਦੋਸ਼ੀ ਨਹੀਂ ਸੀ ਠਹਿਰਾ ਸਕਦਾ। ਯਾਦਵਿੰਦਰ ਮੈਨੂੰ ਪੂਰਾ ਹੌਸਲਾ ਦਿੰਦੇ ਹੋਏ ਆਖਣ ਲੱਗਾ, ਤੂੰ ਇਸ ਥੜੇ ਨੂੰ ਥੜਾ ਨਾ ਸਮਝ। ਇਹ ਤੇਰੀ ਮੁੱਢਲੀ ਜਿੱਤ ਦਾ ਇੱਕ ਛੋਟਾ ਜਿਹਾ ਸਮਾਰਕ ਆ, ਜਿਹੜਾ ਹਰ ਵਕਤ ਉਹਨਾਂ ਦੇ ਮੂੰਹ ਉੱਤੇ ਇੱਕ ਚਪੇੜ ਵਾਂਗ ਵੱਜਦਾ ਰਹਿਣਾ। ਥੜਾ ਬੰਦ ਤੋਂ ਬਾਅਦ ਉਹ ਸਾਫ਼ ਹੋਈ ਜਗ੍ਹਾ ਮੈਨੂੰ ਬੜੀ ਹੀ ਜ਼ਿਆਦਾ ਅਤੇ ਕੀਮਤੀ ਪ੍ਰਤੀਤ ਹੋਣ ਲੱਗ ਪਈ ਸੀ। ਮੈਂ ਦੂਜੀ ਧਿਰ ਨਾਲ ਸਿੱਧੀ ਗੱਲ ਕਰਨ ਦਾ ਮੌਕਾ ਭਾਲਣ ਲੱਗਾ। ਮੈਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਇਹਨਾਂ 3-4 ਚੋਂ ਮਲਕੀਤ ਕੁਝ ਕੁ ਚੰਗਾ ਬੰਦਾ ਹੈ, ਪਰ ਬਾਕੀ ਤਾਂ ਆਪਣੇ ਹੰਕਾਰ ਦੇ ਮਾਰੇ ਹੋਏ ਹਨ। ਮੈਂ ਮਲਕੀਤ ਨੂੰ ਇਕੱਲਾ ਮਿਲਣ ਦੀਆਂ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਸ਼ਤ 120ਵੀਂ। ਇੱਕ ਸ਼ਾਮ ਘੁੱਸ-ਮੁਸੇ ਵੇਲੇ ਜਦ ਮੈਂ ਉਸ ਘਰ ਗਿਆ ਤਾਂ ਮੈਨੂੰ ਮਲਕੀਤ ਇੱਕ ਨੇੜਲੀ ਦੁਕਾਨ ਮੂਹਰੇ ਖੜ੍ਹਾ ਵਿਖਾਈ ਦਿੱਤਾ। ਮੈਂ ਸਮਝ ਗਿਆ ਕਿ ਇਹ ਇੱਥੋਂ ਕੁਝ ਖਰੀਦ ਕੇ ਵਾਪਸ ਜ਼ਰੂਰ ਇਸੇ ਰਸਤੇ ਹੀ ਮੁੜੇਗਾ। ਮੈਂ ਖਿੜਕੀ ਵਿੱਚ ਦੀ ਨਿਗਾਹ ਰੱਖੀ। ਛੇਤੀ ਹੀ ਉਹ ਮੈਨੂੰ ਦੁਬਾਰਾ ਦਿਸ ਪਿਆ। ਮੈਂ ਝੱਟ ਦੇਣੇ ਜਾ ਕੇ ਬੂਹਾ ਖੋਲ੍ਹਿਆ ਅਤੇ ਉਸ ਨੂੰ ਆਵਾਜ਼ ਮਾਰ ਲਈ। ਮੇਰੀ ਆਵਾਜ਼ ਸੁਣ ਕੇ ਇੱਕ ਵਾਰ ਤਾਂ ਉਹ ਮੁੜ ਪਿਆ, ਪਰ ਜਦ ਉਸ ਨੇ ਸਾਹਮਣੇ ਮੈਨੂੰ ਖੜ੍ਹਾ ਵੇਖਿਆ
ਤਾਂ ਉਹ ਭੁਚੱਕਾ ਜਿਹਾ ਰਹਿ ਗਿਆ। ਫਿਰ ਵੀ ਮੇਰੇ ਕੋਲ ਆ ਕੇ ਖੜ ਗਿਆ। ਮੈਂ ਉਸ ਨੂੰ ਬੜੇ ਹੀ ਪਿਆਰ ਨਾਲ ਮਸਲੇ ਨੂੰ ਨਿਬੇੜਨ ਅਤੇ ਬਿਨਾਂ ਵਜ੍ਹਾ ਹੋਈ ਜ਼ਿੱਦ ਛੱਡ ਦੇਣ ਬਾਰੇ ਆਖਿਆ। ਗੱਲ ਬੜੇ ਹੀ ਉਸਾਰੂ ਢੰਗ ਨਾਲ ਅਤੇ ਵਧੀਆ ਮਾਹੌਲ 'ਚ ਹੋ ਰਹੀ ਸੀ। ਅਸੀਂ ਦੋਵੇਂ ਹੀ ਇੱਕ ਦੂਜੀ ਧਿਰ 'ਤੇ ਝਗੜੇ ਨੂੰ ਵਧਾ ਦੇਣ ਦਾ ਰੋਸ ਜਤਾ ਰਹੇ ਸਾਂ। ਦੋਵਾਂ ਨੇ ਮਹਿਸੂਸ ਕੀਤਾ ਸੀ ਕਿ ਆਪਣੇ ਇਸ ਬੇਵਜ੍ਹਾ ਝਗੜੇ ਵਿੱਚ ਲੋਕ ਤਮਾਸ਼ਾ ਵੇਖ ਰਹੇ ਹਨ ਤੇ ਇਸ ਨੂੰ ਨਿਬੇੜ ਲੈਣਾ ਚਾਹੀਦਾ ਹੈ। ਮੈਂ ਉਸ ਨੂੰ ਬੜੇ ਹੀ ਪਿਆਰ ਨਾਲ ਆਖਿਆ ਕਿ ਮੈਨੂੰ ਵੀ ਪਤਾ ਹੈ ਕਿ ਇਹ ਜਗ੍ਹਾ ਸਦਾ ਮੇਰੇ ਕੋਲ ਨਹੀਂ ਰਹਿਣੀ ਹੈ। ਜ਼ਮੀਨ ਉੱਥੇ ਹੀ ਰਹਿੰਦੀ ਹੈ, ਪਰ ਮਾਲਕ ਬਦਲਦੇ ਰਹਿੰਦੇ ਨੇ। ਇਸ ਲਈ ਆਪੋ ਆਪਣੇ ਮਨ ਦੀ ਸ਼ਾਂਤੀ ਭੰਗ ਕੀਤੇ ਬਿਨਾਂ ਆਪਾਂ ਇਸ ਝਗੜੇ ਨੂੰ ਨਿਬੇੜ ਲਈਏ। ਮੈਂ ਉਸ ਨੂੰ ਦੱਸ ਵੀ ਦਿੱਤਾ ਕਿ ਮੈਂ ਨਹੀਂ ਚਾਹੁੰਦਾ ਕਿ ਇੰਨੀ ਕੁ ਜਗ੍ਹਾ ਪਿੱਛੇ ਹੀ ਮੈਂ ਉਹਨਾਂ ਦੋਵਾਂ ਦੀ ਨੌਕਰੀ ਲਈ ਖਤਰਾ ਬਣ ਜਾਵਾਂ। ਮੈਨੂੰ ਅਜਿਹੀ ਜਗ੍ਹਾ ਕੀ ਤਾਰੇਗੀ ਜਿਹੜੀ ਮੈਂ ਦੋ ਪਰਿਵਾਰਾਂ ਦੇ ਮੂੰਹ ਵਿੱਚੋਂ ਰੋਟੀ ਖੋਹ ਕੇ ਹਾਸਲ ਕੀਤੀ ਹੋਵੇ। ਉਹ ਮੇਰੇ ਨਾਲ ਸਹਿਮਤ ਸੀ ਕਿ ਜਗ੍ਹਾ ਤਾਂ ਤੁਹਾਡੀ ਹੀ ਹੈ, ਪਰ ਆਸਾਨੀ ਨਾਲ ਉਹ ਵੀ ਇਸ ਕੇਸ ਨੂੰ ਨਹੀਂ ਛੱਡ ਸਕਦੇ, ਕਿਉਂਕਿ ਉਹਨਾਂ ਨੇ ਹੀ ਇਹ ਚੁੱਕਿਆ ਸੀ। ਇਸ ਲਈ ਉਹ ਇਸ ਨੂੰ ਨੇਪਰੇ ਚੜ੍ਹਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਅੰਤ ਆਖਣ ਲੱਗਾ ਕਿ ਮੈਂ ਗੱਲ ਕਰਕੇ ਵੇਖ ਲਵਾਂਗਾ, ਜੇਕਰ ਨਾਲ ਦੇ ਮੰਨ ਗਏ ਤਾਂ, ਨਹੀਂ ਤਾਂ ਕੋਈ ਗੱਲ ਨਹੀਂ, ਵੇਖੀ ਜਾਵੇਗੀ ਜਿਵੇਂ ਹੋਵੇਗੀ। ਸਾਰੀ ਗੱਲਬਾਤ ਬੜੇ ਹੀ ਵਧੀਆ ਤੇ ਸੁਖਾਵੇਂ ਮਾਹੌਲ ਵਿੱਚ ਹੋਈ, ਪਰ ਉਹ ਜਾਂਦਾ ਜਾਂਦਾ ਆਖ ਗਿਆ ਸੀ, ਕੋਈ ਨਹੀਂ, ਤੁਸੀਂ ਆਪਣਾ ਜ਼ੋਰ ਲਾਈ ਚੱਲੋ ਤੇ ਅਸੀਂ ਆਪਣਾ ਲਾਈ ਜਾਂਦੇ ਹਾਂ। ਉਸ ਦੇ ਜਾਣ ਤੋਂ ਬਾਅਦ ਮੈਂ ਸਾਰੀ ਹੋਈ ਗੱਲਬਾਤ ਦਾ ਸਿੱਟਾ ਕੱਢਣਾ ਸ਼ੁਰੂ ਕਰ ਦਿੱਤਾ। ਭਾਵੇਂ ਕਿ ਉਹ ਮੇਰੀ ਹਰ ਗੱਲ ਨਾਲ ਦਿਲੋਂ ਸਹਿਮਤ ਸੀ, ਪਰ ਉਸ ਦੀ ਅੰਤਲੀ ਆਖੀ ਹੋਈ ਗੱਲ ਮੈਨੂੰ ਚੁਭਣ ਲੱਗ ਪਈ ਸੀ ਕਿ ਉਹ ਇਹ ਕਿਉਂ ਆਖ ਕੇ ਗਿਆ ਹੈ ਕਿ ਕੋਈ ਨਹੀਂ, ਤੁਸੀਂ ਆਪਣਾ ਜ਼ੋਰ ਲਾਈ ਚੱਲੋ ਤੇ ਅਸੀਂ ਆਪਣਾ ਲਾਈ ਜਾਂਦੇ ਹਾਂ। ਮੈਂ ਸਮਝ ਗਿਆ ਕਿ ਇਹ ਮੇਰਾ ਖਹਿੜਾ ਆਸਾਨੀ ਨਾਲ ਨਹੀਂ ਛੱਡਣਗੇ।